ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਮਿੰਦਰ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ। ਟਰੈਕਟਰ ਪਰੇਡ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਟਲ ਗਈ ਹੈ। ਪਰੇਡ ਬਾਰੇ ਪਹਿਲਾਂ ਦਿੱਲੀ ਪੁਲਿਸ ਫੈਸਲਾ ਲਵੇ, ਇਹ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ। ਸੁਪਰੀਮ ਕੋਰਟ ਨੇ ਵੀ ਕਿਹਾ ਕਿ ਕਿਸ ਨੂੰ ਐਂਟਰੀ ਦੇਣੀ ਹੈ, ਕਿਸ ਨੂੰ ਨਹੀਂ, ਇਹ ਦਿੱਲੀ ਪੁਲਿਸ ਤੈਅ ਕਰੇ। ਦਿੱਲੀ ਪੁਲਿਸ ਆਪਣੇ ਅਧਿਕਾਰ ਦਾ ਇਸਤੇਮਾਲ ਕਰੇ। CGI ਦੇ ਵੱਲੋਂ ਕਿਹਾ ਗਿਆ ਕਿ ਦਿੱਲੀ ਪੁਲਿਸ ਆਪਣੇ ਅਧਿਕਾਰ ਦਾ ਇਸਤੇਮਾਲ ਕਰੇ। ਉੱਥੇ ਸੁਪਰੀਮ ਕੋਰਟ ਦੀ ਕਮੇਟੀ ਦੇ ਪੁਨਰਗਠਨ ਦੀ ਪਟੀਸ਼ਨ ਤੇ ਵੀ ਸੁਣਵਾਈ ਟਲ ਗਈ ਹੈ। BKU ਲੋਕ ਸ਼ਕਤੀ ਨੇ ਨਵੀਂ ਕਮੇਟੀ ਦੇ ਗਠਨ ਦੀ ਮੰਗ ਕੀਤੀ ਹੈ। ਦੋਵਾਂ ਪਟੀਸ਼ਨਾਂ ਤੇ ਹੁਣ ਬੁੱਧਵਾਰ ਨੂੰ ਅਗਲੀ ਸੁਣਵਾਈ ਹੋਵੇਗੀ। ਟਰੈਕਟਰ ਪਰੇਡ ਜਿਹੜਾ ਕਿ ਪਹਿਲਾਂ ਹੀ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਜਾ ਚੁੱਕਾ ਹੈ। ਕੱਲ ਰੋਡ ਮੈਪ ਦਾ ਪੂਰਾ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ। ਅੱਜ ਇਸੇ ਹੀ ਕੇਂਦਰ ਸਰਕਾਰ ਨੇ ਜਿਹੜੀ ਪਟੀਸ਼ਨ ਦਾਖਲ ਕੀਤੀ ਹੈ ਉਸ ਨੂੰ ਲੈ ਕੇ ਸੁਣਵਾਈ ਹੋਈ ਤੇ ਬੁੱਧਵਾਰ ਤੱਕ ਇਹ ਸੁਣਵਾਈ ਨੂੰ ਟਾਲ ਦਿੱਤਾ ਗਿਆ। ਸਿੱਧੇ ਤੌਰ ਤੇ ਸੁਪਰੀਮ ਕੋਰਟ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਕਿ ਦਿੱਲੀ ਪੁਲਿਸ ਇਹ ਤੈਅ ਕਰੇ ਕਿ ਕਿਸ ਨੂੰ ਐਂਟਰੀ ਦੇਣੀ ਹੈ, ਕਿਸ ਨੂੰ ਨਹੀਂ। और केस की अगली सुनवाई परसों होगी। माननीय सर्वोच्च न्यायालय में केस को एडजर्न करते हुए कहा कि परसों होगी और उन्होंने अटॉर्नी जनरल को भी कहा है कि जो बातें मैंने कही हैं, जो तथ्य रखे हैं, इनमें क्या है, क्या सच्चाई, जो हमने रिप्लाई फाइल किया है, जो रिप्लाई दिया है, उसमें सारी बातें रखी गई हैं और ये बात हुई है। देखिए, लॉ एंड ऑर्डर मेंटेन का काम करना CGI साहब ने कहा और वो सत्य भी है, अटल सत्य है कि दिल्ली पुलिस लॉ एंड ऑर्डर मेंटेन करे। उनके पास ये भी बात आई, ना तो उनके पास पुलिस की कमी है, ना बैरिकेड की कमी है, कोई कमी नहीं है। धारा 144 लगी हुई है। धारा 144 खुद में क्या आप उसे मजाक में समझते हैं? धारा 144 कहीं कोई व्यक्ति इकट्ठा नहीं हो सकता। लोकतांत्रिक अधिकारों का हनन है, डेमोक्रेसी के अधिकारों का हनन होता है। धारा 144 जो कि दिल्ली देश की राजधानी में लगी हुई है और ऐसे समय पे लगी हुई है और ऐसे समय के बहुत महीने पहले से लगी हुई है जब से रिपब्लिक डे होने वाला था, पिछले वर्ष से लगी हुई है। ਔਰ ਰਾਜੇਵਾਲ ਸਾਹਿਬ ਦੂਜੇ ਪਾਸੇ ਅੱਜ ਸੁਪਰੀਮ ਕੋਰਟ ਦਾ ਵੀ ਇੱਕ ਅਗਲੀ ਸੁਣਵਾਈ ਉਹਨਾਂ ਨੇ ਬੁੱਧਵਾਰ ਤੇ ਟਾਲ ਦਿੱਤੀ। ਉਹਨਾਂ ਨੇ ਕਿਹਾ ਕਿ ਜਿਹੜੀ ਦਿੱਲੀ ਦੇ ਵਿੱਚ ਹੁਣ ਸ਼ਾਸਨ ਕਾਰਵਾਈ ਕੀ ਕਰਨੀ ਹੈ, ਕਿਹਨੂੰ ਇਜਾਜ਼ਤ ਦੇਣੀ ਹੈ, ਦਿੱਲੀ ਪੁਲਿਸ ਦਾ ਕੰਮ ਹੈ, ਸੁਪਰੀਮ ਕੋਰਟ ਦਾ ਨਹੀਂ। ਤੁਸੀਂ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਔਰ ਕੀ ਤੁਸੀਂ ਸੁਪਰੀਮ ਕੋਰਟ ਤੋਂ ਇਸ ਚੀਜ਼ ਦਾ ਆਰਡਰ ਲੈਣਾ ਚਾਹੁੰਦੇ ਹੋ ਕਿ ਪਰਮਿਸ਼ਨ ਦਿੱਤੀ ਜਾਵੇ ਨਾ ਜਾਂ ਨਾ ਦਿੱਤੀ ਜਾਵੇ। ਇਸ ਚੀਜ਼ ਨੂੰ ਲੈ ਕੇ ਤੁਸੀਂ ਕੀ ਦੇਖਦੇ ਹੋ? ਦੇਖੋ, ਅਸੀਂ ਸੁਪਰੀਮ ਕੋਰਟ ਨੂੰ ਹਰ ਗੱਲ ਵਿੱਚ ਇਨਵੋਲਵ ਨਹੀਂ ਕਰਨਾ ਚਾਹੁੰਦੇ। ਤਾਂ ਸਰਕਾਰ ਹੈ ਜਿਹੜੀ ਬਾਰ-ਬਾਰ ਹਰ ਮੁੱਦੇ ਤੇ ਸੁਪਰੀਮ ਕੋਰਟ ਦੀ ਸ਼ੈਲਟਰ ਲੈਣਾ ਚਾਹੁੰਦੀ ਹੈ, ਉਹ ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਕੇ ਚਲਾਉਣਾ ਚਾਹੁੰਦੀ ਹੈ। ਦੇਖਦੇ ਹਾਂ ਸੁਪਰੀਮ ਕੋਰਟ ਬੁੱਧਵਾਰ ਨੂੰ ਕੀ ਫੈਸਲਾ ਕਰਦੀ ਹੈ। ਅਗਰ ਦਿੱਲੀ ਸਰਕਾਰ ਇਸ ਤੇ ਰੋਕ ਲਗਾਉਂਦੀ ਹੈ ਆਪਣੇ ਲੈਵਲ ਤੇ ਫੈਸਲਾ ਲੈ ਕੇ, ਤਾਂ ਕੀ ਇਸ ਮਾਰਚ ਨੂੰ ਟਾਲਿਆ ਜਾਏਗਾ ਜਾਂ ਇਹ ਮਾਰਚ ਹਰ ਹਾਲ ਕੱਢਿਆ ਹੀ ਜਾਣਾਗਾ? ਨਹੀਂ, ਮਾਰਚ ਤਾਂ ਅਸੀਂ ਕੱਢਾਂਗੇ ਪਰ ਰੱਖਾਂਗੇ ਇਹਨੂੰ ਪੀਸਫੁਲ। ਸਰਕਾਰ ਦੀ ਇੱਛਾ ਹੈ। ਜੇ ਉਹ ਸਰਕਾਰ ਵਾਇਲੈਂਟ ਹੁੰਦੀ ਹੈ, ਅਸੀਂ ਕਹਿ ਨਹੀਂ ਸਕਦੇ ਅਸੀਂ ਵਾਇਲੈਂਟ ਨਹੀਂ ਹੋਵਾਂਗੇ। ਸਰ, ਜਿਸ ਤਰ੍ਹਾਂ ਕਾਫੀ ਏਰੀਏ 'ਚ ਉਹ ਵੀਡੀਓ ਆ ਰਹੀਆਂ ਸੀ ਕਿ ਟਰੈਕਟਰਾਂ ਨੂੰ ਮੋਡੀਫਾਈ ਕੀਤਾ ਜਾ ਰਿਹਾ ਜਾਂ ਟਰੈਕਟਰਾਂ ਤੇ ਸਟੰਟ ਕੀਤੇ ਜਾ ਰਹੇ ਆ, ਉਹਨਾਂ ਨੂੰ ਲੈ ਕੇ ਤੁਸੀਂ ਕੀ ਕਰਨਾ ਚਾਹੁੰਦੇ ਹੋ? ਇਦਾਂ ਦੀ ਚਰਚਾ ਹੁੰਦੀ ਰਹਿੰਦੀ ਹੈ। ਜਦੋਂ ਮੈਂ ਕਿਹਾ ਵੀ ਇਟ ਵਾਸ ਪੀਸਫੁਲ, ਦਿਸ ਇਜ਼ ਪੀਸਫੁਲ, ਦਿਸ ਵਿਲ ਬੀ ਪੀਸਫੁਲ, ਇਹਦੇ ਮਾਨੇ ਕੀ ਹੈ? ਮਾਨੇ ਜੋਗਿੰਦਰ ਜੀ, ਸੁਪਰੀਮ ਕੋਰਟ ਦੇ ਵਿੱਚ ਦਿੱਲੀ ਪੁਲਿਸ ਗਈ ਸੀ 26 ਤਰੀਕ ਦੇ ਪਰੇਡ ਨੂੰ ਲੈ ਕੇ। ਉਹਨਾਂ ਨੇ ਹਵਾਲਾ ਦਿੱਤਾ ਸੀ ਕਿਤੇ ਨਾ ਕਿਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ। ਤਾਂ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਇਹ ਦਿੱਲੀ ਪੁਲਿਸ ਨੇ ਫੈਸਲਾ ਕਰਨਾ ਕਿ ਉਹ ਇਜਾਜ਼ਤ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ। ਕਿਸ ਤਰੀਕੇ ਨਾਲ ਦੇਖਦੇ ਹੋ? ਅਸਲ 'ਚ ਦਿੱਲੀ ਪੁਲਿਸ ਨਹੀਂ ਗਈ ਸੀ, ਸਰਕਾਰ, ਕੇਂਦਰ ਸਰਕਾਰ ਗਈ ਸੀ। ਦਿੱਲੀ ਪੁਲਿਸ ਦਾ ਤਾਂ ਵੈਸੇ ਨਾ ਹੀ ਆ। ਚਲੋ, ਦਿੱਲੀ ਪੁਲਿਸ ਨੇ, ਇਹ ਸਰਕਾਰ ਨੇ ਇਹ ਸੁਪਰੀਮ ਕੋਰਟ ਦੇ ਮੋਢੇ ਤੇ ਧਰ ਕੇ ਚਲਾਉਣੀ ਸੀ, ਜਿਹੜੀ ਉਹਨਾਂ ਨੇ ਆਪਣੇ ਮੋਢੇ ਤੇ ਨਹੀਂ ਧਰਨ ਦਿੱਤੀ। ਇਹੋ ਹੀ ਆ। ਹੁਣ ਫੈਸਲਾ ਤਾਂ ਇਹਨਾਂ ਨੇ ਕਰਨਾ ਵੀ ਮਾਰਚ ਹੋਣ ਦੇਣਾ ਕਹਿੰਦਾ। ਮੈਨੂੰ ਲੱਗਦਾ ਵੀ ਉਹ ਕਹਿਣਗੇ ਫੈਸਲਾ ਵੀ ਮਾਰਚ ਨਹੀਂ ਹੋਣ ਦੇਣਾ, ਇਹ ਕਿਉਂਕਿ ਸਰਕਾਰ ਨੇ ਜੇ ਪਹਿਲਾਂ ਦਿੱਲੀ ਦੇ ਵਿੱਚ ਨਹੀਂ ਵੜਨ ਦਿੱਤਾ ਤਾਂ ਮਾਰਚ ਵਾਸਤੇ ਯਾਨੀ ਇਹ ਫੈਸਲਾ ਜੀ ਕਰਕੇ ਮਾਰਚ ਨਾ ਕਰਨ ਦਾ ਫੈਸਲਾ ਸਰਕਾਰ ਕਰਦੀ ਹੈ, ਇਹ ਬਹੁਤ ਖਤਰਨਾਕ ਹੈ। ਇਸ ਕਰਕੇ ਲੋਕਾਂ ਦੀਆਂ ਭਾਵਨਾ ਨੂੰ ਬੁੱਝਣਾ ਚਾਹੀਦਾ। 2 ਮਹੀਨਿਆਂ ਤੋਂ ਹੋਏ ਸੜਕਾਂ ਤੇ ਬੈਠੇ ਨੂੰ, ਜੇ ਇਹਨਾਂ ਨੂੰ ਸਿਰਫ ਆਪਦੇ ਗਣਤੰਤਰ ਦੇ ਵਿੱਚ ਮਾਰਚ ਵੀ ਨਹੀਂ ਕਰਨ ਦਿੱਤਾ ਜਾਂਦਾ, ਇਹ ਬਹੁਤ ਮਾੜੀ ਗੱਲ ਹੈ। ਸਰਕਾਰ ਨੂੰ ਫੈਸਲਾ ਕਰਨਾ ਚਾਹੀਦਾ ਵੀ ਅਸੀਂ ਰਿੰਗ ਰੋਡ ਮੰਗਿਆ, ਅਮਨ ਕਾਨੂੰਨ ਨਾਲ ਪੀਸਫੁਲੀ ਮਾਰਚ ਕਰਾਂਗੇ। ਸਾਰੀਆਂ ਜਥੇਬੰਦੀਆਂ ਜ਼ਿੰਮੇਵਾਰ ਨੇ, ਇਹ ਜ਼ਿੰਮੇਵਾਰੀ ਇਸ ਤੇ ਇਹਨੂੰ ਕੋਆਪਰੇਟ ਕਰਨਾ ਚਾਹੀਦਾ। ਸਰਕਾਰ ਨੂੰ ਇਹ ਮਾਰਚ ਕਰਨ ਦੀ ਆਗਿਆ ਦੇਣੀ ਚਾਹੀਦੀ। ਉਗਰਾਹਾਂ ਸਾਹਿਬ, ਤੁਸੀਂ ਗੱਲ ਕੀਤੀ ਹੈ ਸ਼ਾਂਤਮਈ ਢੰਗ ਦੇ ਨਾਲ ਟਰੈਕਟਰ ਪਰੇਡ ਕਰਨ ਦੀ, ਪਰ ਜਿਹੜੀ ਰਿਟ ਦਾਇਰ ਕੀਤੀ ਗਈ ਸੀ ਉਸ ਦੇ ਵਿੱਚ ਇਹ ਕਿਤੇ ਨਾ ਕਿਤੇ ਹਵਾਲਾ ਦਿੱਤਾ ਗਿਆ ਸੀ ਕਿ ਜਿਹੜੀ ਅਮਨ ਕਾਨੂੰਨ ਜਾਂ ਫਿਰ ਕਾਨੂੰਨੀ ਵਿਵਸਥਾ ਉਸ ਦੇ ਲਈ ਇੱਕ ਖਤਰਾ ਪੈਦਾ ਹੋ ਸਕਦੀ ਹੈ। ਇਹ ਟਰੈਕਟਰ ਪਰੇਡ ਮਾਰਚ ਆ, ਜਿਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੁਪਰੀਮ ਕੋਰਟ ਵਿੱਚ ਦਾਇਰ ਕੀਤਾ ਗਿਆ ਸੀ। ਤਾਂ ਅਜਿਹੀ ਸਥਿਤੀ ਦੇ ਵਿੱਚ ਕਿਸਾਨ ਆਗੂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਨੇ ਕਿ ਸ਼ਾਂਤਮਈ ਹੋਊਗਾ, ਪਰ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਪੱਖ ਰੱਖਿਆ ਗਿਆ ਉਸ ਤੋਂ ਸਾਫ਼ ਲੱਗ ਰਿਹਾ ਵੀ ਕਿਤੇ ਨਾ ਕਿਤੇ ਹੁੱਲੜਬਾਜ਼ੀ ਹੋਊਗੀ ਔਰ ਅਮਨ ਕਾਨੂੰਨ ਭੰਗ ਕੀਤਾ ਜਾਊਗਾ। ਦੇਖੋ, ਕੋਰਟ ਨੂੰ ਕੁਛ ਨਾ ਕੁਛ ਗਲਤ ਤਾਂ ਕਹਿਣਾ ਹੁੰਦਾ, ਅਗਲਾ ਨੇ ਗਲਤ ਕਹਿ ਕੇ ਉਹਨਾਂ ਤੋਂ ਫੈਸਲਾ ਕਰਾਉਣਾ ਹੁੰਦਾ, ਗਲਤ ਰੱਖ ਕੇ ਫੈਸਲਾ ਕਰਾਉਣਾ ਹੁੰਦਾ। ਜੇ ਕੁਛ ਗਲਤ ਲੱਗਦਾ ਕੋਰਟ ਨੂੰ, ਕੋਰਟ ਫੈਸਲਾ ਕਰ ਦਿੰਦੀ।
ਕੋਰਟ ਨੂੰ ਲੱਗਿਆ ਨਹੀਂ, ਕੋਰਟ ਨੂੰ ਪਤਾ ਵੀ ਜਿਹੜੇ 2 ਮਹੀਨਿਆਂ ਤੋਂ ਪੀਸਫੁਲ ਨੇ ਹੁਣ ਤੱਕ ਨਹੀਂ ਬੈਠੇ, ਤੁਹਾਡੇ ਰੋਕ ਕੇ ਬੈਠੇ ਨੇ। ਤੁਹਾਡੀ ਕਿੰਨੀ ਕੁ ਪੁਲਿਸ ਲਾਈ ਹੋਈ ਆ ਉੱਥੇ, ਨਾ ਕਹਿੰਦੇ ਕਿੰਨੀ ਕੁ ਫੋਰਸ ਹੈ, ਇਹ ਫੋਰਸ ਦੇ ਸਾਹਮਣੇ ਫੋਰਸ ਕਿੰਨੀ ਕੁ ਹੈ। ਜਦੋਂ ਉਹਨਾਂ ਨੇ ਹੁਣ ਤੱਕ ਨਹੀਂ ਨਾਕਾ ਤੋੜਿਆ, ਉਹ ਮਾਰਚ ਦੇ ਵਿੱਚ ਵੀ ਕੁਝ ਨਹੀਂ ਕਰਦੇ। ਫਿਰ ਸੁਪਰੀਮ ਕੋਰਟ ਨੂੰ ਇਹ ਗੱਲ ਦਾ ਪਤਾ ਹੈ, ਪਰ ਹੁਣ ਉਹਨਾਂ ਨੇ ਇਸ ਕਰਕੇ ਰਿਸਕ ਨਹੀਂ ਲਿਆ। ਇਹ ਤਾਂ ਇਹਨਾਂ ਨੇ ਬਹਾਨਾ ਮਾਰਨ ਦੀ ਖਾਤਰ ਇਹ ਕਿਹਾ ਵੀ ਇੱਥੇ ਖਾਲਿਸਤਾਨੀਏ ਨੇ, ਇੱਥੇ ਫਲਾਣੇ ਨੇ, ਇੱਥੇ ਧਮਕਾਣੇ ਨੇ, ਇੱਥੇ ਅਮਨ ਕਾਨੂੰਨ ਨੂੰ ਖਤਰਾ ਹੈ। ਇਹਨਾਂ ਨੂੰ ਕੱਲੇ ਬੰਦੇ ਦਾ ਪਤਾ ਹੈ, ਕੱਲੇ ਬੰਦੇ ਬਾਰੇ ਜਾਣਦੇ ਨੇ, ਜਾਣਦੇ ਕਿ ਨਹੀਂ, ਇਹ ਤਾਂ ਇਹਨਾਂ ਦਾ ਬਹਾਨਾ ਹੈ। ਇਸ ਕਰਕੇ ਇਹ ਗਣਤੰਤਰ ਦਿਵਸ ਹੈ, ਇਹ ਸਾਰਿਆਂ ਵਾਸਤੇ ਹੈ, ਇਹ ਲੋਕਾਂ ਦਾ ਗਣਤੰਤਰ ਦਿਵਸ ਹੈ। ਜੇ ਸਰਕਾਰ ਮਨਾਉਂਦੀ ਹੈ ਤਾਂ ਲੋਕਾਂ ਨੂੰ ਕਿਉਂ ਨਾ ਮਨਾਉਣਾ ਹੋਵੇ, ਇਹ ਮਨਾ ਸਕਦੇ ਨੇ, ਇਹਨਾਂ ਨੂੰ ਵੀ ਆਗੇ। ਉਧਰ ਕੇਂਦਰੀ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹਾ ਕੋਈ ਵੀ ਕੰਮ ਨਾ ਕਰਨ ਜਿਸ ਦੇ ਨਾਲ ਕੌਮਾਂਤਰੀ ਪੱਧਰ ਤੇ ਭਾਰਤ ਦੇ ਅਕਸ ਨੂੰ ਸੱਟ ਵੱਜੇ। ਨਾਲ ਹੀ ਉਹਨਾਂ ਕਿਸਾਨਾਂ ਨੂੰ ਮਸਲੇ ਦਾ ਹੱਲ ਕੱਢਣ ਦਾ ਮਨ ਬਣਾ ਕੇ ਕੱਲ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ। चाहता हूं कि उस दिन गणतंत्रता दिवस है और देश का राष्ट्रीय पर्व है, और उस दिन हम सब मिलकर इस राष्ट्रीय पर्व को मनाएं। अगर देश के अंदर जिस तरह से यूनियन के नेता हैं वो अगर इस तरह का अगर काम करेंगे तो मैं सोचता हूं कि विश्व के अंदर अपने भारत की जो छवि है उसमें कहीं न कहीं कमी महसूस होगी, मुझे ऐसा लगता है। मैं तो अब सोचता हूं कि इस समय जिद को छोड़ना चाहिए, और जो राजनीतिक लोग राजनीतिक रोटियां इस समय सेकना चाह रहे हैं उनको सफलता नहीं मिले, तो इसके लिए कल जब आए तो वो इस मानसिकता के साथ में आकर बैठे कि हमें कोई न कोई समाधान निकालना है, तो वो निश्चित रूप से बातचीत से निकलेगा। इस यूनियन के अंदर मैं देख रहा हूँ कि समाधान की ओर बढ़ने के लिए जो कुछ यूनियन के अंदर नेता है वो चाहते हैं कि इसका समाधान हो, लेकिन उसके बावजूद भी जो ऐसे नेता कुछ हैं जो नहीं चाहते कि इसका समाधान हो, जिसमें अगर मैं तो यही कहना चाहता हूँ, अगर इस समय इनकी जो यूनियन है उनमें से जो कम्युनिस्ट है वो कभी नहीं चाहेंगे कि इसका समस्या का समाधान निकले, और वो अगर इस कमेटी से बाहर निकल जाता है तो कल उसका फैसला हो जाएगा। तो मैं तो अब सोचता हूँ कि इस समय जिद को छोड़ना। ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿੱਦ ਛੱਡ ਕੇ ਕੱਲ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ। ਉੱਥੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਰਕਾਰ ਵੀ ਚਾਹੁੰਦੀ ਹੈ ਕਿ ਮਸਲੇ ਦਾ ਹੱਲ ਹੋਵੇ, ਇਸੇ ਕਰਕੇ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਇਸ ਮੀਟਿੰਗ ਤੋਂ ਪਹਿਲਾਂ ਇਹ ਵੱਡਾ ਬਿਆਨ ਸਾਹਮਣੇ ਆਇਆ ਹੈ। ਸੋ ਕੱਲ ਦੀ ਮੀਟਿੰਗ ਹੋਣੀ ਹੈ, 10ਵੇਂ ਗੇੜ ਦੀ ਬੈਠਕ ਹੋਣੀ ਹੈ। ਉਸ ਤੋਂ ਪਹਿਲਾਂ ਸਰਕਾਰ ਦੇ ਵੱਲੋਂ ਬਿਆਨ ਸਾਹਮਣੇ ਆ ਰਿਹਾ। ਉੱਥੇ ਜੇਕਰ ਗੱਲ ਕਿਸਾਨਾਂ ਦੀ ਕੀਤੀ ਜਾਵੇ ਤਾਂ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਹੈ ਕਿ ਖੇਤੀ ਕਾਨੂੰਨ ਰੱਦ ਹੋਣ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ। ਕਿਸਾਨ ਸਿੱਧੇ ਤੌਰ ਤੇ ਹੀ ਮੰਗ ਕਰ ਰਹੇ ਨੇ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। 9 ਗੇੜ ਦੀਆਂ ਹੁਣ ਤੱਕ ਦੀਆਂ ਮੀਟਿੰਗਾਂ ਬੈਠਕਾਂ ਹੋ ਚੁੱਕੀਆਂ ਨੇ, ਪਰ ਅਜੇ ਤੱਕ ਮਸਲੇ ਦਾ ਹੱਲ ਕੋਈ ਵੀ ਨਹੀਂ ਨਿਕਲ ਸਕਿਆ। ਉੱਥੇ ਗੁਰਨਾਮ ਚਡੂਨੀ ਤੇ ਸੰਯੁਕਤ ਕਿਸਾਨ ਮੋਰਚੇ ਦਾ ਬਿਆਨ ਸਾਹਮਣੇ ਆਇਆ। ਚਡੂਨੀ ਦੀਆਂ ਸਿਆਸੀ ਗਤੀਵਿਧੀਆਂ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ, ਸਾਫ਼ ਕੀਤਾ ਗਿਆ। ਮਾਮਲੇ ਦੀ ਜਾਂਚ ਦੇ ਲਈ ਮੋਰਚੇ ਵੱਲੋਂ ਕਮੇਟੀ ਦਾ ਗਠਨ ਕਰ ਦਿੱਤਾ ਗਿਆ। 3 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਕਮੇਟੀ ਦੇ ਵੱਲੋਂ ਸੌਂਪੀ ਜਾਵੇਗੀ। ਚਡੂਨੀ ਨੇ ਕੱਲ ਕਈ ਸਿਆਸੀ ਲੀਡਰਾਂ ਦੇ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ। ਉਹਨੇ ਆਪ ਹੀ ਮੰਨਿਆ ਸੀ ਸਾਡੇ ਕੋਲੇ ਕਿ ਮੇਨ ਮੈਂ ਹੀ ਚਿੱਠੀ ਪੱਤਰ ਭੇਜਿਆ, ਤਾਂ ਇਸ ਗੱਲ ਤੇ ਸਾਨੂੰ ਚਿੰਤਾ ਹੋਈ ਸੀ। ਇਹ ਜਿਹੜਾ ਹੈਗਾ ਅਸੀਂ ਸੰਯੁਕਤ ਮੋਰਚੇ ਦੇ ਧਿਆਨ 'ਚ ਲਿਆਂਦਾ। ਸਾਥੋਂ ਬਾਅਦ ਉਦੋਂ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਹੀ ਉਹਨੇ ਕੋਈ ਸੌਰੀ ਫੀਲ ਕੀਤਾ, ਨਾ ਅਸੀਂ ਉਹਨੂੰ ਕਿਹਾ। ਉਸ ਤੋਂ ਬਾਅਦ ਸੰਯੁਕਤ ਮੋਰਚੇ ਦੀ ਜਦੋਂ ਮੀਟਿੰਗ ਹੋਈ ਆ, ਸਾਡੀ ਮੀਟਿੰਗ ਤੋਂ ਬਾਅਦ, ਤਾਂ ਉਹਨਾਂ ਕੋਲੇ ਜਦੋਂ ਇਹ ਗੱਲ ਗਈ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ 3 ਮੈਂਬਰੀ ਕਮੇਟੀ ਦਾ ਗਠਨ ਕੀਤਾ। ਉਹ 3 ਮੈਂਬਰੀ ਕਮੇਟੀ ਹੈ ਜਿਹੜੀ ਚੜੂਨੀ ਦੇ ਨਾਲ ਗੱਲ ਕਰੂਗੀ। ਅਗਰ ਚੜੂਨੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਇਹਦੇ ਤੇ ਕਾਰਵਾਈ ਹੋਊਗੀ। ਉਧਰ ਨਿਊਜ਼ 18 ਤੇ ਗੁਰਨਾਮ ਚਡੂਨੀ ਦਾ ਪਹਿਲਾ ਸਪਸ਼ਟੀਕਰਨ ਵੀ ਸਾਹਮਣੇ ਆਇਆ। ਸਿਆਸੀ ਲੀਡਰਾਂ ਦੇ ਨਾਲ ਮੁਲਾਕਾਤ ਤੇ ਵਿਵਾਦ ਤੋਂ ਬਾਅਦ ਉਹਨਾਂ ਦੇ ਵੱਲੋਂ ਸਫਾਈ ਦਿੱਤੀ ਗਈ ਹੈ। ਚਡੂਨੀ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਜਾਣ ਦਾ ਮਕਸਦ ਅੰਦੋਲਨ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ। ਸੰਯੁਕਤ ਕਿਸਾਨ ਮੋਰਚੇ ਅੱਗੇ ਸਪਸ਼ਟੀਕਰਨ ਦੇਣ ਦੇ ਲਈ ਉਹ ਤਿਆਰ ਨੇ। ਉਹਨਾਂ ਨੇ ਵੀ ਕਿਹਾ ਕਿ ਜਦੋਂ ਵੀ ਸੱਦਾ ਮਿਲੇਗਾ ਉਸ ਸਪਸ਼ਟੀਕਰਨ ਦੇਣ ਦੇ ਲਈ ਜ਼ਰੂਰ ਜਾਣਗੇ। ਸੰਯੁਕਤ ਮੋਰਚੇ ਦੀ ਮਨਾਹੀ ਤੇ ਮੈਂ ਜਨ ਸੰਸਦ ਦਾ ਹਿੱਸਾ ਨਹੀਂ ਬਣਾਂਗਾ। ਕੱਲ ਦੀ ਵੱਡੀ ਮੀਟਿੰਗ ਤੋਂ ਬਾਅਦ ਵਿਰੋਧੀ ਪਾਰਟੀਆਂ ਦੀ ਮੀਟਿੰਗ ਤੋਂ ਬਾਅਦ ਜਿਹੜਾ ਕਿ ਵੱਡਾ
ਫੈਸਲਾ ਲਿਆ ਗਿਆ ਸੀਗਾ ਜਨ ਸੰਸਦ ਦਾ, ਉੱਥੇ ਇਹ ਵੀ ਚੰਦੂਮਾਜਰਾ ਨੇ ਕਿਹਾ ਕਿ ਸੰਯੁਕਤ ਮੋਰਚੇ ਦੀ ਮਨਾਹੀ ਤੇ ਮੈਂ ਜਨ ਸੰਸਦ ਦਾ ਹਿੱਸਾ ਨਹੀਂ ਬਣਾਂਗਾ। ਉਹਨਾਂ ਨੇ ਇਹ ਵੀ ਸਾਫ਼ ਕੀਤਾ ਹੈ। ਇੱਕ ਕਮੇਟੀ ਬਣੀ ਹੋਈ ਹੈ ਜਿਹਦੇ ਚ 8-10 ਬੰਦੇ ਹੈ, ਉਹ 8-10 ਬੰਦਿਆਂ ਚ ਇੱਕ ਮੇਰਾ ਵੀ ਨਾਂ ਹੈ। ਇਹ ਮੈਂ ਨਹੀਂ ਬੁਲਾਈ ਮੀਟਿੰਗ, ਇਹ ਮੈਂ ਨਹੀਂ ਇਕੱਲੇ ਨੇ ਕੀਤਾ, ਇਹ ਕਰਨ ਵਾਲੇ ਹੋਰ ਸੀ, ਪਰ ਉਹਨਾਂ ਚ ਇੱਕ ਮੇਰਾ ਨਾਂ ਹੈ। ਮੈਂ ਉਸ ਮੀਟਿੰਗ ਚ ਗਿਆ ਤੇ ਮੈਂ ਇਸ ਗੱਲ ਨਾਲ ਸਹਿਮਤ ਸੀ ਕਿ ਵੀ ਜਿਹੜੀ ਰਾਜਨੀਤਿਕ ਪਾਰਟੀਆਂ ਹੈ, ਆਪੋਜੀਸ਼ਨ ਜਿਹੜੀ ਹੈ, ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਮਤਾ ਪਾਸ ਕਰਨਾ ਚਾਹੀਦਾ ਹੈ ਬਈ ਉਹ ਕਿੱਧਰ ਨੇ, ਕਾਨੂੰਨਾਂ ਦੇ ਪੱਖ 'ਚ ਹੈ ਜਾਂ ਕਾਨੂੰਨਾਂ ਦੇ ਵਿਰੋਧ 'ਚ ਹੈ। ਉਹਨਾਂ ਨੂੰ ਆਪਣੀ ਗੱਲ ਦੇਸ਼ ਦੇ ਸਾਹਮਣੇ ਰੱਖਣੀ ਚਾਹੀਦੀ ਹੈ ਤੇ ਉਸ ਵਾਸਤੇ ਉਹਨਾਂ ਨੂੰ ਜਨ ਸੰਸਦ ਬੁਲਾਉਣਾ ਚਾਹੀਦਾ ਹੈ। ਮੈਂ ਇਸ ਗੱਲ ਦੇ ਪੱਖ 'ਚ ਹਾਂ ਵੀ ਇੱਕ ਹੋਰ ਆਵਾਜ਼ ਦੇਸ਼ ਦੇ ਸਾਹਮਣੇ ਜਾਏਗੀ। ਜਿਹੜੀ ਗੱਲ ਤੋਂ ਇਹ ਮੋਰਚੇ ਵਾਲੇ ਜਿਹੜੇ ਨੇ ਇਹਨਾਂ ਨੇ ਕੋਈ ਬੁਰਾ ਮੰਨਿਆ, ਪਰ ਮੈਨੂੰ ਪੁੱਛਿਆ ਨਹੀਂ। ਮੈਨੂੰ ਅੱਜ ਤੱਕ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਨਹੀਂ ਬੁਲਾਇਆ ਗਿਆ, ਸਗੋਂ ਮੈਂ ਉਹਨਾਂ ਕੁਝ ਬੰਦੇ ਸੀ ਪੰਜਾਬ ਵਾਲੇ, ਉਹਨਾਂ ਅੱਗੇ ਗੱਲ ਰੱਖੀ ਸੀ ਵੀ ਇਹ ਤੁਸੀਂ ਸੰਯੁਕਤ ਮੋਰਚੇ ਵੱਲੋਂ ਹੀ ਬੁਲਾਓ ਤੇ ਹੋਰ ਜ਼ਿਆਦਾ ਚੰਗਾ ਰਹੇਗਾ। ਪਰ ਅੰਦੋਲਨ ਜਿਹੜਾ ਉਹ ਰਾਜਨੀਤਿਕ ਰਹੇਗਾ, ਰਾਜਨੀਤੀ। ਕਿਸਾਨ ਮੋਰਚੇ ਵੱਲੋਂ ਤੁਹਾਨੂੰ ਸਸਪੈਂਡ ਕਰ ਦਿੱਤਾ ਗਿਆ, ਕੀ ਤੁਹਾਡੇ ਤੱਕ ਹਾਲੇ ਤੱਕ ਜਾਣਕਾਰੀ ਪਹੁੰਚੀ ਹੈ ਜਾਂ ਨਹੀਂ? ਨਹੀਂ, ਮੇਰੇ ਕੋਲ ਅਜੇ ਤੱਕ ਇਹ ਵੀ ਜਾਣਕਾਰੀ ਨਹੀਂ ਹੈ ਕਿ ਮੈਨੂੰ ਸਸਪੈਂਡ ਕਰਤਾ ਹੈ। ਤੇ ਦੂਜੀ ਗੱਲ, ਮੈਂ ਇਹ ਬਿਲਕੁਲ ਗਲਤ ਇਹਨੂੰ ਸਮਝਣਾ ਕਿ ਮੇਰੇ ਤੋਂ ਬਿਨਾਂ ਪੁੱਛ ਉਹਨਾਂ ਨੇ ਕਾਰਵਾਈ ਕਰਕੇ ਤੇ ਮੀਡੀਆ 'ਚ ਦੇਣਾ, ਮੀਡੀਆ 'ਚ ਬਿਲਕੁਲ ਗਲਤ ਹੈ। ਤੇ ਮੈਨੂੰ ਜਿੱਥੋਂ ਤੱਕ ਗਿਆਨ ਹੈ ਮੀਡੀਆ 'ਚ ਦੇਣ ਦਾ ਉਹਨਾਂ 'ਚ ਪਾਸ ਨਹੀਂ ਹੋਇਆ, ਤੇ ਜਿਹਨੇ ਮੀਡੀਆ 'ਚ ਦਿੱਤਾ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਤੇ ਇੱਕ ਅਖਬਾਰ 'ਚ ਤੇ ਮੇਰੇ ਤੇ ਬੜੇ ਗੰਭੀਰ ਆਰੋਪ ਵੀ ਲਾਏ ਨੇ, ਤੇ ਜਿਹਨੇ ਆਰੋਪ ਲਾਏ ਨੇ ਉਹਨੂੰ, ਉਸ ਮੀਡੀਆ ਅਖਬਾਰ ਵਾਲੇ ਨੂੰ, ਉਹਨਾਂ ਨੂੰ ਮੈਂ ਨੋਟਿਸ ਵੀ ਦਿਆਂਗਾ, ਜਿਹੜਾ ਲੀਗਲ ਨੋਟਿਸ ਹੁੰਦਾ ਉਹ ਵੀ ਦਿਆਂਗਾ ਕਿਸ ਆਧਾਰ ਤੇ ਉਹਨਾਂ ਨੇ ਬੋਲਿਆ, ਤੇ ਉਸ ਤੋਂ ਬਾਅਦ ਕੋਈ ਫੈਸਲਾ। ਹਾਂ, ਤੇ ਬੁਲਾਣਗੇ ਮੈਂ ਜਾਵਾਂਗਾ, ਜੇ ਬੁਲਾਣਗੇ ਮੈਂ ਜਾਵਾਂਗਾ। ਮੈਂ ਕਦੋਂ ਇਨਕਾਰ ਕੀਤਾ? ਪਹਿਲਾਂ ਬੁਲਾਉਂਦੇ ਪਹਿਲਾਂ ਵੀ ਚਲਾ ਜਾਂਦਾ। ਸੰਯੁਕਤ ਕਿਸਾਨ ਮੋਰਚੇ ਦਾ ਮੈਂ ਹਿੱਸਾ, ਪਹਿਲਾਂ ਬੁਲਾਉਂਦੇ ਪਹਿਲਾਂ ਵੀ ਚਲਾ ਜਾਂਦਾ, ਹੁਣ ਬੁਲਾਣਗੇ ਹੁਣ ਵੀ ਜਾਵਾਂਗਾ। ਜੇ ਉਹ ਸਾਰੇ ਕਹਿਣਗੇ ਵੀ ਨਾ ਨਹੀਂ ਜਾਣਾ, ਨਹੀਂ ਜਾਵਾਂਗਾ। ਆਪਾਂ ਅੰਦੋਲਨ ਨਹੀਂ ਤੋੜਨਾ, ਅੰਦੋਲਨ ਨੂੰ ਚਲਾਉਣਾ ਹੈ। ਇਹੋ ਜਿਹਾ ਅਸੀਂ ਕੋਈ ਕੰਮ ਨਹੀਂ ਕਰਾਂਗੇ ਜਿਸ ਤੇ ਅੰਦੋਲਨ ਫਿੱਕਾ ਪਏ, ਅੰਦੋਲਨ ਪਿੱਛੇ ਹਟੇ। ਸਾਡਾ ਜਿਹੜਾ ਵੀ ਕੰਮ ਹੋਏਗਾ ਉਹ ਅੰਦੋਲਨ ਨੂੰ ਅੱਗੇ ਵਧਾਉਣ ਵਾਸਤੇ ਹੋਏਗਾ। ਵਿਚਾਰਧਾਰਾ ਅਲੱਗ ਹੋ ਸਕਦੀ ਹੈ। ਅੱਜ ਦਾ ਸਮਾਂ ਸ਼ਾਇਦ ਦਿੱਤਾ ਗਿਆ, ਅੱਜ ਕਮੇਟੀ ਸਾਹਮਣੇ ਪੇਸ਼ ਹੋਣ ਦਾ ਕੋਈ ਇਰਾਦਾ ਹੈ ਤੁਹਾਡਾ ਜਾਂ ਤੁਹਾਨੂੰ ਕੋਈ ਜਾਣਕਾਰੀ ਮਿਲੀ ਹੋਵੇ? ਜਦੋਂ ਮੈਨੂੰ ਬੁਲਾਇਆ ਹੀ ਨਹੀਂ, ਹੁਣ ਤੱਕ ਮੇਰੇ ਕੋਲ ਮੈਸੇਜ ਹੀ ਨਹੀਂ, ਹੁਣ ਮੈਂ ਕੀ ਦੱਸਾਂ ਤੁਹਾਡੇ ਸਵਾਲ ਦਾ ਜਵਾਬ? ਉਹ ਤੇ ਮੇਰੇ ਕੋਲ ਮੈਸੇਜ ਆਏਗਾ ਮੈਂ ਤਾਂ ਦੱਸਾਂ ਨਾ। ਪਰ ਮੈਂ ਕਿਹਾ ਜੇ ਬੁਲਾਣਗੇ ਤੇ ਮੈਂ ਜਾਵਾਂਗਾ, ਤੇ ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਕਰਾਂਗੇ ਜਿਹਦੇ ਨਾਲ ਅੰਦੋਲਨ ਖਰਾਬ ਹੋ ਜਾਏ। ਜੇ ਸੰਯੁਕਤ ਮੋਰਚਾ ਇਹ ਕਹੇਗਾ ਵੀ ਨਹੀਂ ਉਹ ਲਾਈਨ ਗਲਤ ਹੈ, ਆਪਾਂ ਛੱਡ ਦਿਆਂਗੇ। ਸੋ ਇੱਥੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਲਗਾਤਾਰ 94ਵੇਂ ਦਿਨ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ। ਅੱਜ ਕਿਸਾਨਾਂ ਦੇ ਵੱਲੋਂ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਪ੍ਰਦਰਸ਼ਨਾਂ ਦੀ ਕਮਾਨ ਔਰਤਾਂ ਦੇ ਹੱਥ ਸੌਂਪੀ ਗਈ ਹੈ। ਦਿੱਲੀ ਤੋਂ ਲੈ ਕੇ ਪੰਜਾਬ ਤੱਕ ਔਰਤਾਂ ਦੀ ਅਗਵਾਈ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਟਿੱਕਰੀ ਬਾਰਡਰ ਤੇ ਬਰਨਾਲਾ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਤੇ ਇਸ ਕਿਸਾਨ ਮਹਿਲਾ ਦਿਵਸ ਦੇ ਵੱਲੋਂ ਆਪਣੇ ਆਪ ਦੇ ਵਿੱਚ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਲੰਬਾ ਸੰਘਰਸ਼ ਚੱਲ ਰਿਹਾ ਹੈ ਕਿਸਾਨਾਂ ਦਾ ਖੇਤੀ ਕਾਨੂੰਨਾਂ ਦੇ ਖਿਲਾਫ, ਮਹਿਲਾਵਾਂ ਵੀ ਇਸ ਅੰਦੋਲਨ ਦਾ ਹਿੱਸਾ ਨੇ। ਮਹਿਲਾਵਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਸ ਅੰਦੋਲਨ ਦਾ ਸਮਰਥਨ ਕੀਤਾ ਜਾ ਰਿਹਾ, ਸ਼ਿਰਕਤ ਕੀਤੀ ਜਾ ਰਹੀ ਹੈ। ਸੋ ਵੱਡੀ ਗਿਣਤੀ ਦੇ ਵਿੱਚ ਅੱਜ ਮਹਿਲਾਵਾਂ ਦੇ ਵੱਲੋਂ ਅਲੱਗ-ਅਲੱਗ ਪ੍ਰਦਰਸ਼ਨਾਂ ਦੇ ਵਿੱਚ ਸਟੇਜ ਦੀ ਕਾਰਵਾਈ ਤੇ ਮੋਰਚਾ ਸੰਭਾਲਿਆ ਗਿਆ। ਤਾਂ ਕਿਸਾਨੀ ਅੰਦੋਲਨ ਇਸ ਵੇਲੇ ਆਪਣੇ ਸਿਖਰਾਂ ਉੱਤੇ ਪਹੁੰਚ ਚੁੱਕੇ ਔਰ 52 ਦਿਨ ਹੋ ਚੁੱਕੇ ਨੇ। 53ਵਾਂ ਦਿਨ ਔਰ ਅੱਜ 18 ਜਨਵਰੀ ਹੈ। 18 ਜਨਵਰੀ ਦਾ ਜ਼ਿਕਰ ਤਾਂ ਵੀ ਇੱਥੇ ਖਾਸ ਹੋ ਜਾਂਦਾ। ਅੱਜ ਪੰਜਾਬ ਭਰ ਦੇ ਵਿੱਚੋਂ ਆਂਗਨਵਾੜੀ ਵਰਕਰਾਂ ਦੇ ਵੱਲੋਂ ਅੱਜ ਦੇ ਦਿਨ ਨੂੰ ਕਿਸਾਨ ਮਹਿਲਾ ਦਿਵਸ ਦੇ ਵਜੋਂ ਮਨਾਉਣ ਦਾ ਫੈਸਲਾ ਲਿਆ ਗਿਆ। ਉਹ ਕਹਿ ਰਹੀਆਂ ਨੇ ਕਿ ਅੱਜ ਦਾ ਦਿਨ ਇਤਿਹਾਸ ਰਚੇਗਾ। ਜਿਹੜਾ ਮਹਿਲਾ ਦਿਵਸ 8 ਮਾਰਚ ਨੂੰ ਮਨਾਇਆ ਜਾਂਦਾ ਸੀ, ਉਹ ਅੱਜ ਤੋਂ 18 ਜਨਵਰੀ ਤੋਂ ਕਿਸਾਨ ਹਿਤੈਸ਼ੀ ਹੋਵੇਗਾ। ਇਸ ਨੂੰ ਕਿਸਾਨ ਮਹਿਲਾ ਦਿਵਸ ਦੇ ਵਜੋਂ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਵੇਗਾ ਔਰ ਪੰਜਾਬ ਭਰ ਦੇ ਵਿੱਚ ਅੱਜ ਇਸ ਨੂੰ ਲੈ ਕੇ ਜਿਹੜਾ ਹੈ ਉਹ ਸਟੇਜ ਆਂਗਨਵਾੜੀ ਮਹਿਲਾਵਾਂ ਵੱਲੋਂ ਸੰਭਾਲੀ ਜਾ ਰਹੀ ਹੈ। ਸਾਡੇ ਨਾਲ ਕੁਝ ਆਂਗਨਵਾੜੀ ਵਰਕਰ ਮੌਜੂਦ ਨੇ ਔਰ ਜ਼ਿਲ੍ਹਾ ਪ੍ਰਧਾਨ ਵੀ ਨੇ। ਤਾਂ ਕੀ ਖਾਸ ਵਜ੍ਹਾ ਅੱਜ ਤੁਸੀਂ ਇਹ ਕਿਸਾਨਾਂ ਨੂੰ ਸਪੋਰਟ ਕਰਨ ਦੇ ਲਈ ਪਹੁੰਚੇ ਹੋ? ਸਾਡੀ ਅੱਜ ਇਹ ਵਜ੍ਹਾ ਕਿ ਅੱਜ ਜਿਹੜਾ ਇਹ ਇੱਕ ਮਤਲਬ ਆਲ ਵਰਲਡ ਦੇ ਵਿੱਚ, ਆਲ ਇੰਡੀਆ ਦੇ ਵਿੱਚ ਇਹ ਜਿਹੜਾ ਮਹਿਲਾ ਕਿਸਾਨ ਦਿਵਸ ਮਨਾ ਰਿਹਾ, ਭਾਵੇਂ ਕਿ ਇਹ 8 ਮਾਰਚ ਨੂੰ ਹੁੰਦਾ ਸੀ, ਪਰ ਅੱਜ ਜੋ ਸੰਘਰਸ਼ ਕਿਸਾਨਾਂ ਵੱਲੋਂ ਚੱਲਿਆ ਆ ਰਿਹਾ ਉਹਦੇ ਅਕੋਰਡਿੰਗ ਅੱਜ ਹਰ ਘਰ ਦੀ ਔਰਤ ਘਰਾਂ ਤੋਂ ਬਾਹਰ ਆ ਗਈ ਹੈ ਔਰ ਇਸ ਜੋਸ਼ ਨੂੰ ਦੇਖਦੇ ਹੋਏ ਅੱਜ ਹਰ ਔਰਤ ਇਸ ਅੰਦੋਲਨ ਦੇ ਵਿੱਚ ਹਿੱਸਾ ਲੈ ਰਹੀ ਹੈ ਔਰ ਇਸ ਕਰਕੇ ਅਸੀਂ ਇਸ ਨੂੰ ਅੱਜ ਮਹਿਲਾ
ਕਿਸਾਨ ਅੰਦੋਲਨ ਦਾ ਦਿਵਸ ਦਿੱਤਾ। ਇਹ ਸਿਰਫ ਦਿੱਲੀ ਦੇ ਵਿੱਚ ਹੈ ਜਾਂ ਫਿਰ ਪੰਜਾਬ ਦੇ ਵਿੱਚ ਵੀ ਸਾਰੇ ਪਾਸੇ ਅੱਜ ਇਹੀ ਨਜ਼ਾਰਾ ਤਸਵੀਰਾਂ ਦੇਖਣ ਨੂੰ ਮਿਲਣਗੀਆਂ? ਇੱਥੋਂ ਤੱਕ ਮੇਰਾ ਖਿਆਲ ਪੰਜਾਬ ਦੇ ਵਿੱਚ ਤਾਂ ਆਲ ਓਵਰ ਹੀ ਆ, ਪਰ ਮੈਨੂੰ ਲੱਗਦਾ ਕਿ ਆਲ ਇੰਡੀਆ ਦੇ ਵਿੱਚ ਹੀ ਹੈ ਸ਼ਾਇਦ ਹਾਂ, ਕਿਉਂਕਿ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਨਾਕੇ ਲੱਗੇ ਆ ਉੱਥੇ ਹਰ ਥਾਂ ਤੇ ਅੱਜ ਔਰਤਾਂ ਵੱਲੋਂ ਸਟੇਜ ਸੰਭਾਲੀ ਗਈ ਹੈ, ਔਰ ਅੱਜ ਇੱਥੇ ਦਿੱਲੀ ਦੇ ਵਿੱਚ ਤਾਂ ਖਾਸ ਕਰਕੇ ਸਾਡੀ ਇਹੀ ਮੰਗ ਹੈ ਜੀ। ਤਾਂ ਮੰਗ ਹੋ ਰਹੀ ਹੈ ਕਿ ਸਰਕਾਰ ਜਲਦੀ ਕਾਨੂੰਨ ਵਾਪਸ ਲਵੇ, ਪਰ ਜਿਸ ਤਰੀਕੇ ਦੇ ਨਾਲ ਤੁਸੀਂ ਅੱਜ ਸਪੋਰਟ ਕਰਨ ਪਹੁੰਚੇ ਹੋ ਤਾਂ ਕੀ ਲੱਗਦਾ ਕਿ ਜਿਹੜਾ ਤੁਸੀਂ ਅੱਜ ਇਹ ਦੇਸ਼ ਵਿਆਪੀ ਜਿਹੜਾ ਇਹ ਤੁਸੀਂ ਇੱਕ ਨਾਰਾ ਦਿੱਤਾ ਕਿ ਮਹਿਲਾ ਕਿਸਾਨ ਦਿਵਸ ਨੂੰ ਮਨਾ ਰਹੇ ਹੋ, ਕਿੰਨਾ ਕੁ ਅਸਰ ਇਸ ਦਾ ਸਰਕਾਰ ਦੇ ਉੱਪਰ ਪਏਗਾ? ਪੂਰਾ ਪਊਗਾ ਜੀ, ਜਦੋਂ ਅੱਜ ਸਾਰੀਆਂ ਹੀ ਔਰਤਾਂ ਘਰਾਂ ਤੋਂ ਬਾਹਰ ਆਈਆਂ ਸਾਰੇ ਆਲ ਓਵਰ ਦੇ ਵਿੱਚ, ਇਹਦਾ ਅਸਰ ਤਾਂ ਪੈਣਾ ਹੀ ਪੈਣਾ ਹੈ ਜੀ। ਬਾਕੀ ਇਹ ਤਾਂ ਰੱਦ ਕਰਵਾ ਕੇ ਜਾਣਾ ਜੀ, ਭਾਵੇਂ 2 ਸਾਲ ਲੱਗ ਜਾਣ 4 ਸਾਲ ਲੱਗ ਜਾਣ, ਸਰਕਾਰ ਭੁੱਲ ਜੇ ਵੀ ਕਿਸਾਨ ਉੱਠ ਖੜਨਗੇ, ਨਾਲ ਔਰਤਾਂ ਵੀ। ਅਸੀਂ ਕਿਸਾਨਾਂ ਦੀਆਂ ਧੀਆਂ ਨੂੰਹਾਂ ਘਰਾਂ ਵਾਲੀਆਂ ਜੀ, ਕੋਈ ਮਾੜੀ ਮੋਟੀ ਗੱਲ ਨਹੀਂ ਹੈ। ਤਾਂ ਇੱਥੇ ਔਰਤਾਂ ਅੱਜ ਇਕੱਠੀਆਂ ਹੋਈਆਂ ਨੇ ਦਿੱਲੀ ਦੇ ਬਾਰਡਰਾਂ ਦੇ ਉੱਪਰ ਔਰ ਕਹਿ ਰਹੀਆਂ ਨੇ ਕਿ ਜਦ ਤੱਕ ਜਿਹੜਾ ਇਹ ਸਰਕਾਰ ਇਹਨਾਂ ਔਰਤਾਂ ਦੀ ਗੱਲ ਨਹੀਂ ਮੰਨੂਗੀ ਉਨੀ ਦੇਰ ਤੱਕ ਸੰਘਰਸ਼ ਜਾਰੀ ਰਹੂਗਾ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਵੀ ਕਿਸਾਨਾਂ ਦੀਆਂ ਧੀਆਂ, ਔਰ ਜਿਹੜਾ ਸਾਡੀ ਅੱਜ ਇਹ ਸਿੱਧੇ ਤੌਰ ਦੇ ਉੱਪਰ ਜਿਹੜਾ ਅਸੀਂ ਅੱਜ ਮਹਿਲਾ ਕਿਸਾਨ ਦਿਵਸ ਮਨਾ ਰਹੇ ਹਾਂ, ਇਸ ਦਾ ਸਿੱਧੇ ਤੌਰ ਦੇ ਉੱਪਰ ਅਸੀਂ ਸੁਨੇਹਾ ਸਰਕਾਰ ਨੂੰ ਦੇਣਾ ਚਾਹੁੰਦੇ ਹਾਂ, ਭਾਵੇਂ ਕਿੰਨਾ ਲੰਬਾ ਹੀ ਮਰਜ਼ੀ ਇਹ ਸੰਘਰਸ਼ ਚੱਲੇ ਉਨੀ ਦੇਰ ਤੱਕ ਅਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਾਂਗੇ। ਕੈਮਰਾਮੈਨ ਸੰਦੀਪ ਦੇ ਨਾਲ ਭੁੱਲਰਜੀਤ ਸਿੰਘ, ਨਿਊਜ਼ 18 ਪੰਜਾਬ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਕਿਸਾਨੀ ਅੰਦੋਲਨ ਦੀ। ਕਿਸਾਨ ਪਹਿਲਾਂ ਹੀ 26 ਜਨਵਰੀ ਨੂੰ ਟਰੈਕਟਰ ਪਰੇਡ ਦਿੱਲੀ ਦੇ ਵਿੱਚ ਕੱਢਣ ਦਾ ਐਲਾਨ ਕਰ ਚੁੱਕੇ ਨੇ। ਉਧਰ ਬੀਜੇਪੀ ਆਗੂ ਹਰਜੀਤ ਗਰੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਦੀ ਥਾਂ ਕਿਤੇ ਹੋਰ ਟਰੈਕਟਰ ਮਾਰਚ ਕੱਢਣ। ਨਾਲ ਹੀ ਉਹਨਾਂ ਜਿੱਦ ਛੱਡ ਕਿਸਾਨਾਂ ਨੂੰ ਖੁੱਲੇ ਮਨ ਦੇ ਨਾਲ ਮਸਲੇ ਦਾ ਹੱਲ ਕਰਨ ਦੇ ਲਈ ਵੀ ਕਿਹਾ। ਗਰੇਵਾਲ ਜੀ ਨੇ ਸਰ ਹਰ ਵਾਰ ਜਦ ਮੀਟਿੰਗ ਹੁੰਦੀ ਆ ਉਸ ਤੋਂ ਪਹਿਲਾਂ ਇਸ ਕਿਸਮ ਦੇ ਬਿਆਨ ਆ ਜਾਂਦੇ ਨੇ ਸਰਕਾਰ ਦੇ ਵੱਲੋਂ ਜਾਂ ਬੀਜੇਪੀ ਲੀਡਰਾਂ ਦੇ ਵੱਲੋਂ ਕਿ ਕਾਨੂੰਨ ਨਹੀਂ ਰੱਦ ਹੋਣੇ। ਤੁਹਾਨੂੰ ਲੱਗਦਾ ਕਿ ਇਹ ਗੱਲਬਾਤ ਇੱਕ ਤਰ੍ਹਾਂ ਨਾਲ ਤੋੜਨ ਵਾਲਾ ਹੀ ਤਰੀਕਾ ਹੈਗਾ? ਇਹਦੇ 'ਚ ਅਸੀਂ ਸਰਕਾਰ ਨੂੰ ਦੋਸ਼ ਦਈਏ? ਮੈਂ ਇਹ ਸਮਝਦਾ ਕਿ ਜਿਹੜੀ ਕਿਸਾਨ ਲੀਡਰਸ਼ਿਪ ਆ ਉਹ ਵੀ ਮੈਚਿਓਰਡ ਨਹੀਂ ਉਸ ਤਰ੍ਹਾਂ ਦੀ ਕਿ ਜਿਸ ਤਰ੍ਹਾਂ ਗੱਲਬਾਤ ਸਰਕਾਰ ਨਾਲ ਕਰਦੇ ਆ ਉਹਦੇ 'ਚ, ਔਰ ਕਦੇ ਵੀ ਕੋਈ ਸ਼ਰਤਾਂ ਰੱਖ ਕੇ ਗੱਲਬਾਤ ਨਹੀਂ ਹੋਇਆ ਕਰਦੀ। ਤੇ ਤੁਸੀਂ ਦੇਖਿਆ ਹੋਣਾ ਪੰਚਾਇਤ 'ਚ ਲੋਕ ਬੈਠਦੇ ਆ, ਜੇ ਦੋਵੇਂ ਪਾਰਟੀਆਂ ਦੇ ਅੰਦਰ ਸ਼ਰਤਾਂ ਰੱਖੀਆਂ ਹੋਣ ਫਿਰ ਗੱਲ ਹੱਲ ਨਹੀਂ ਹੁੰਦੀ। ਜੇ ਗੱਲ ਦਾ ਹੱਲ ਕੱਢਣਾ ਤਾਂ ਇਹ ਸ਼ਰਤਾਂ ਤੋਂ ਬਿਨਾਂ ਆਪਸੀ ਮਤਲਬ ਪ੍ਰੇਮ ਦੇ ਵਾਤਾਵਰਣ 'ਚ ਬੈਠਣਾ ਚਾਹੀਦਾ। ਇਹ ਕਹਿਣਾ ਜਿੱਤਾਂਗੇ ਜਾਂ ਮਰਾਂਗੇ ਤੇ ਜਾਂ ਉਸ ਤੋਂ ਅੱਗੇ ਹੋਰ ਕੋਈ ਗੱਲ ਕਰਨੀ, ਮੈਂ ਸਮਝਦਾ ਉਹ ਇਸ ਤਰ੍ਹਾਂ ਦੀਆਂ ਗੱਲਾਂ ਅੱਛੀਆਂ ਨਹੀਂ ਹੈ, ਜਾਂ ਜੈਸ ਔਰ ਨੋ ਇਹ ਵੀ ਅੱਛਾ ਨਹੀਂ ਹੈ। ਤੇ ਖੁੱਲੇ ਮਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਔਰ ਉਹ ਖੁੱਲੇ ਮਨ ਨਾਲ ਹੀ ਗੱਲ ਕਰਕੇ ਉਹਦਾ ਹੱਲ ਹੋ ਸਕਦਾ। ਔਰ ਉਹਦੇ 'ਚ ਇਹ ਹੁੰਦਾ ਕਿ ਦੋਨੋਂ ਹੀ ਪਾਰਟੀਆਂ ਸੁਝਾਅ ਦਿੰਦੀਆਂ ਨੇ ਕਿ ਵੀ ਇਹਦੇ 'ਚ ਆਹ ਹੋ ਸਕਦਾ, ਉਹ ਕਹਿਣਗੇ ਆਹ ਹੋ ਸਕਦਾ। ਤੇ ਜੇ ਗੱਲ ਦਾ ਇੱਕ ਡੈਡਲੌਕ ਜਿਹਾ ਕਰ ਲਈਏ ਤੇ ਬੋਲੀਏ ਹੀ ਨਾ, ਤੇ ਉਹ ਮੈਨੂੰ ਲੱਗਦਾ ਅੱਛੀ ਗੱਲ ਨਹੀਂ ਹੈ। ਤੇ ਇਸ ਗੱਲ ਨੂੰ ਹੁਣ ਇਹ ਖਤਮ ਹੋਣੀ ਚਾਹੀਦੀ ਹੈ, ਕਿਉਂਕਿ ਕਿਸਾਨ ਔਰ ਸਰਕਾਰ ਦੋਨੋਂ ਇੱਕ ਦੂਜੇ ਦੇ ਪੂਰਕ ਨੇ। 26 ਜਨਵਰੀ ਨੂੰ ਟਰੈਕਟਰ ਮਾਰਚ ਕਰਨਾ ਹੈ। ਕਿਸਾਨ ਆਗੂਆਂ ਨੇ ਰੋਡ ਮੈਪ ਵੀ ਤਿਆਰ ਕਰ ਲਿਆ ਕਿ ਰਿੰਗ ਰੋਡ ਦੇ ਉੱਤੇ ਅਸੀਂ ਟਰੈਕਟਰ ਮਾਰਚ ਕਰਾਂਗੇ। ਸੁਪਰੀਮ ਕੋਰਟ ਦੇ ਵਿੱਚ ਵੀ ਅੱਜ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ ਪੁਲਿਸ ਹੀ ਡਿਸਾਈਡ ਕਰੇ ਕੀ ਕਰਨਾ ਹੈ। ਕਿਸਾਨ ਆਗੂਆਂ ਨੇ ਜ਼ਰੂਰ ਕਿਹਾ ਕਿ ਅਸੀਂ ਟਰੈਕਟਰ ਮਾਰਚ ਕਿਸੇ ਵੀ ਹਾਲਤ ਦੇ ਵਿੱਚ ਕਰਾਂਗੇ। ਨਹੀਂ, ਟਰੈਕਟਰ ਮਾਰਚ ਕਰ ਲੈਣ, ਸ਼ਾਂਤਮਈ ਕਰ ਲੈਣ, ਪਰ ਦਿੱਲੀ ਦੇ ਅੰਦਰ ਠੀਕ ਨਹੀਂ ਹੈ। ਔਰ ਮੈਂ ਇਹ ਸਮਝਦਾ ਕਿ ਇਹਦੇ ਨਾਲ ਕੋਈ ਵੀ ਗੜਬੜ ਹੋ ਸਕਦੀ ਹੈ। ਦੂਸਰੇ ਵਿਅਕਤੀ ਕਰ ਸਕਦੇ ਆ, ਕਿਸਾਨ ਨਾ ਵੀ ਕਰਨ। ਤੇ ਜਿਹੜੇ ਮੁਲਕ ਦੇ ਹਾਲਾਤ ਖਰਾਬ ਕਰਨਾ ਚਾਹੁੰਦੇ ਨੇ, ਔਰ ਉਹਨਾਂ ਨੂੰ ਨਾ ਤਾਂ ਕਿਸਾਨਾਂ ਦਾ ਸ਼ਾਂਤਮਈ ਅੰਦੋਲਨ ਅੱਛਾ ਲੱਗ ਰਿਹਾ, ਔਰ ਨਾ ਹੀ ਸਰਕਾਰ ਦੇ ਨਾਲ ਗੱਲਬਾਤ ਜਿਹੜੀ ਚੱਲ ਰਹੀ ਹੈ ਉਹ ਅੱਛੀ ਲੱਗ ਰਹੀ ਹੈ। ਤੇ ਇਸ ਕਰਕੇ ਕਿਸਾਨਾਂ ਨੂੰ ਵੀ ਇਸ ਚੀਜ਼ ਤੇ ਸੋਚ ਵਿਚਾਰ ਕਰਕੇ, ਬੜੇ ਸਿਆਣੇ ਲੀਡਰ ਵੀ ਹੈ ਕਿਸਾਨਾਂ 'ਚ, ਤੇ ਗੱਲਬਾਤ ਕਰਕੇ ਸੋਚ ਵਿਚਾਰ ਕਰਕੇ ਫਿਰ ਅੱਗੇ ਕੋਈ ਸਟੈਪ ਲੈਣਾ ਚਾਹੀਦਾ। ਇਹਦੇ 'ਚ ਵੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਨੁਕਸਾਨ ਲੱਗੇ ਜਾਂ ਕੋਈ ਗੱਲਬਾਤ ਲੱਗੇ, ਜਾਂ ਸਾਡੇ 26 ਜਨਵਰੀ ਜਿਹੜਾ ਦੇਸ਼ ਦਾ ਗੌਰਵ ਆ ਉਸ 'ਚ ਵਿਘਨ ਪਵੇ। ਜਾਂ ਤਾਂ ਉਹ ਪਹਿਲਾਂ ਤੋਂ ਮਾਰਚ ਕਰਦੇ ਆਉਂਦੇ ਹੋਣ 26 ਜਨਵਰੀ 'ਤੇ, ਔਰ ਦੂਸਰਾ ਮੈਂ ਇਹ ਤਾਂ ਕਿਹਾ ਹੀ ਨਹੀਂ ਕਿ ਕਿਸਾਨ ਕੋਈ ਗੜਬੜ ਕਰਨਗੇ। ਮੈਂ ਤਾਂ ਇਹ ਕਹਿਣਾ ਕਿ ਕਿਸਾਨਾਂ ਦੇ ਨਾਮ ਤੇ ਕੋਈ ਦੂਸਰਾ ਵਿਅਕਤੀ ਵੀ ਕਰ ਸਕਦਾ, ਤੇ ਸਾਨੂੰ ਉਸ ਦਾ ਧਿਆਨ ਰੱਖਣਾ ਪਊਗਾ। ਔਰ ਉਹਦੇ 'ਚ ਕਿਸਾਨਾਂ ਨੂੰ ਉਹੀ ਸੋਚ ਕੇ ਕਿ ਉੱਥੋਂ ਦੇ ਨਿਵਾਸੀਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਤੇ ਇੱਕ ਦੇਸ਼ ਦਾ ਮੈਸੇਜ ਕੋਈ ਗਲਤ ਨਾ ਜਾਵੇ, ਇਹ ਸਾਰਾ ਸੋਚ ਕੇ ਉਹਨਾਂ ਨੂੰ ਕਰਨਾ ਚਾਹੀਦਾ। ਇਹਦੇ 'ਤੇ ਵਿਚਾਰ ਕਰ ਲੈਣ। ਰੁਕ ਕਰਦੇ ਹਾਂ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਅਗਲੀ ਵੱਡੀ ਖਬਰ ਦਾ। ਬੀਕੇਯੂ ਮਾਨ ਦਾ ਬੀਕੇਯੂ ਰਾਜੇਵਾਲ ਦੇ ਵਿੱਚ ਰਲੇਵਾਂ ਹੋ ਗਿਆ। ਭੁਪਿੰਦਰ ਮਾਨ ਨੂੰ ਛੱਡ ਕੇ ਪੂਰੀ ਜਥੇਬੰਦੀ ਸ਼ਾਮਲ ਹੋਈ ਹੈ। ਭੁਪਿੰਦਰ ਮਾਨ ਤੋਂ ਪਹਿਲਾਂ ਹੀ
ਇਹ BKU ਮਾਨ ਨਾਤਾ ਤੋੜ ਚੁੱਕੀ ਹੈ। ਦਰਅਸਲ ਸੁਪਰੀਮ ਕੋਰਟ ਦੀ ਕਮੇਟੀ ਦਾ ਹਿੱਸਾ ਬਣਨ ਤੇ ਇਹ ਪੂਰਾ ਵਿਵਾਦ ਹੋਇਆ ਸੀ। ਬਾਅਦ ਦੇ ਵਿੱਚ ਕਮੇਟੀ ਤੋਂ ਹਾਲਾਂਕਿ ਭੁਪਿੰਦਰ ਮਾਨ ਆਪਣੇ ਵੱਖ ਹੋ ਚੁੱਕੇ, ਇਹਨਾਂ ਨੇ ਆਪਣੇ ਆਪ ਨੂੰ ਕਮੇਟੀ ਤੋਂ ਵੱਖ ਕਰ ਲਿਆ ਸੀਗਾ। ਪਰ ਇਸ ਵੇਲੇ ਇਹ ਵੱਡੀ ਖਬਰ ਹੈ ਕਿ BKU ਮਾਨ ਦਾ BKU ਰਾਜੇਵਾਲ ਦੇ ਵਿੱਚ ਰਲੇਵਾਂ ਹੋ ਗਿਆ। ਭੁਪਿੰਦਰ ਮਾਨ ਨੂੰ ਛੱਡ ਕੇ ਪੂਰੀ ਜਥੇਬੰਦੀ ਸ਼ਾਮਲ ਹੋਈ ਹੈ। ਭੁਪਿੰਦਰ ਮਾਨ ਤੋਂ ਪਹਿਲਾਂ ਹੀ BKU ਮਾਨ ਦੇ ਵੱਲੋਂ ਨਾਤਾ ਤੋੜਿਆ ਗਿਆ ਸੀ। ਦਰਅਸਲ ਇਸ ਤੇ ਇਤਰਾਜ਼ ਜਤਾਇਆ ਗਿਆ ਸੀਗਾ ਕਿ ਭੁਪਿੰਦਰ ਮਾਨ ਉਸ ਕਮੇਟੀ ਦਾ ਹਿੱਸਾ ਕਿਉਂ ਬਣੇ, ਜਿਹੜੀ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਸੀ। ਹਾਲਾਂਕਿ ਭੁਪਿੰਦਰ ਮਾਨ ਨੇ ਉਸ ਕਮੇਟੀ ਤੋਂ ਆਪਣੇ ਆਪ ਨੂੰ ਵੱਖ ਜ਼ਰੂਰ ਕਰ ਲਿਆ, ਪਰ ਕਿਤੇ ਨਾ ਕਿਤੇ ਇੱਕ ਝਟਕਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ BKU ਮਾਨ ਦਾ BKU ਰਾਜੇਵਾਲ ਦੇ ਵਿੱਚ ਰਲੇਵਾਂ ਹੋ ਗਿਆ। ਪ੍ਰੈਸ ਕਾਨਫਰੰਸ ਕਰਕੇ ਸਾਰਿਆਂ ਨੇ ਇੱਕ ਪਹਿਲਾਂ ਮੀਟਿੰਗ ਕੀਤੀ ਪੰਜਾਬ ਦੀ। ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਫੈਸਲਾ ਕੀਤਾ ਵੀ ਸਾਡਾ ਸਰ ਭੁਪਿੰਦਰ ਸਿੰਘ ਮਾਨ ਨਾਲ ਅੱਜ ਤੋਂ ਬਾਅਦ ਕੋਈ ਨਾਤਾ ਨਹੀਂ ਹੈ। ਅਸੀਂ ਉਹਨਾਂ ਨਾਲ ਹਰ ਤਰ੍ਹਾਂ ਦਾ ਆਪਣਾ ਜਿਹੜਾ ਸੰਬੰਧ ਸੀ ਉਹ ਤੋੜ ਲਿਆ, ਸਾਡੀ ਸਾਰੀ ਜਥੇਬੰਦੀ ਨੇ। ਤੇ ਉਸ ਤੋਂ ਬਾਅਦ ਹੀ ਪਤਾ ਲੱਗਿਆ ਸਾਨੂੰ ਉੱਥੋਂ ਵੀ ਉਹ ਤਾਂ ਜੀ ਉਹਨਾਂ ਨੇ ਵਾਪਸ ਲੈ ਲਿਆ। ਅਸੀਂ ਕਿਹਾ ਵੀ ਚਲੋ ਕੁਝ ਵੀ ਅਸੀਂ ਆਪਣੇ ਫੈਸਲੇ ਤੇ ਕਾਇਮ ਹੈ। ਤੇ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਫੇਰ ਮੀਟਿੰਗ ਕਰਕੇ ਫੈਸਲਾ ਕੀਤਾ ਵੀ ਸਾਨੂੰ ਘੱਟੋ ਘੱਟ, ਕਿਉਂਕਿ ਰਾਜੇਵਾਲ ਜੀ ਜਿਹੜੇ ਨੇ ਇਹ ਸਾਡੇ ਉਸੇ ਤਰ੍ਹਾਂ ਮਨਾਂ ਦੇ ਵਿੱਚ ਸੀਗੇ ਵੀ ਇਹ ਕੰਮ ਵੀ ਕਰਦੇ ਨੇ, ਡਿਜ਼ਰਵ ਵੀ ਕਰਦੇ ਨੇ। ਸਾਰਿਆਂ ਨੇ ਸੋਚ ਕੇ ਫੈਸਲਾ ਕੀਤਾ ਵੀ ਸਾਨੂੰ ਇਹਨਾਂ ਦੇ ਵਿੱਚ ਆਪਣੀ ਸ਼ਮੂਲੀਅਤ ਕਰ ਲੈਣੀ ਚਾਹੀਦੀ ਹੈ। ਤੇ ਉਹਦੇ ਕਰਕੇ ਅਸੀਂ ਉਸ ਫੈਸਲੇ ਦੇ ਤਹਿਤ ਅੱਜ ਸਾਰਿਆਂ ਨਾਲ ਰਾਏ ਕਰਕੇ ਇੱਥੇ ਆਏ ਹਾਂ। ਮੇਰੇ ਗੱਲੋਂ ਕੋਈ ਮਤਭੇਦ ਹੋਏ, ਇਹਨਾਂ ਨੇ ਉਹਨੂੰ ਛੱਡਿਆ ਤੇ ਸਾਡੇ ਵੱਲ ਜੁਆਇਨ ਕੀਤੇ ਨੇ। ਇਹ ਅੱਜ ਸਵਾਲ ਨਹੀਂ, ਸਵਾਲ ਇਹ ਹੈ ਵੀ ਇਹ ਜਿਹੜਾ ਜਨ ਅੰਦੋਲਨ ਖੜਾ ਹੋਇਆ ਉਹਦੇ ਵਿੱਚ ਸਾਡੇ ਨਾਲ ਸਾਡੇ ਸਾਥੀ ਆ ਕੇ ਰਲੇ ਨੇ। ਇਹਦੇ ਲਈ ਇਹਨਾਂ ਨੂੰ ਜੀ ਆਇਆਂ, ਇਹਦੇ ਲਈ ਧੰਨਵਾਦ। ਮੇਰਾ ਖਿਆਲ ਹੈ ਇੰਨਾ ਹੀ ਕਾਫੀ ਹੈ। ਠੀਕ ਹੈ ਜੀ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।